ਹੈਲੋ ਦੋਸਤੋ, ਮੇਰਾ ਨਾਮ ਪਰਮਜੀਤ ਤੁਹਾਡਾ ਇਸ ਚੈਨਲ 'ਤੇ ਸਵਾਗਤ ਕਰਦਾ ਹਾਂ। ਪਰਿਵਾਰਕ ਉਲਝਣਾਂ ਕਿਤਾਬ ਦੇ ਵਿੱਚੋਂ ਇੱਕ ਕਹਾਣੀ ਸਬੂਤਾ ਮਰਦ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਅਤੇ ਇਸ ਕਹਾਣੀ ਨਾਲ ਤੁਹਾਨੂੰ ਸੱਸ ਨੂੰਹ ਦੇ ਰਿਸ਼ਤੇ ਅਤੇ ਪਤੀ ਦੀਆਂ ਮੁਸ਼ਕਲਾਂ ਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ। ਕਹਾਣੀ ਸਬੂਤਾ ਮਰਦ। ਮੈਨੂੰ ਸਮੁੱਚਾ ਮਰਦ ਚਾਹੀਦਾ, ਮੁੱਕੀਆਂ ਵੱਟ ਅੱਖੀਆਂ ਮੀਚਦੀ ਅੰਜੂ ਨੇ ਆਪਣੇ ਆਪ ਨੂੰ ਆਖਿਆ ਅਤੇ ਉਸ ਨੂੰ ਲੱਗਾ ਇਸ ਸੱਚ ਨੂੰ ਉਗਲ ਨਾਲ ਉਸ ਦਾ ਪੇਟ ਦਰਦ ਕੁਝ ਮੱਠਾ ਪੈ ਗਿਆ। ਮਨ ਦਾ ਫੋੜਾ ਫਿਸ ਕੇ ਇਸ ਵਿੱਚੋਂ ਜਿਵੇਂ ਰੱਤ ਕੇ ਰਾਤ ਵਗ ਤੁਰੀ ਹੋਵੇ। ਪਿਛਲੇ ਮਹੀਨੇ ਤੋਂ ਉਸ ਨੂੰ ਦਸਤ ਮਰੋੜ ਲੱਗੇ ਹੋਏ ਹਨ ਅਤੇ 5 ਕਿਲੋ ਉਸ ਦਾ ਭਾਰ ਘਟ ਗਿਆ। ਡਾਕਟਰ ਨੇ ਦੱਸਿਆ ਮਾਨਸਿਕ ਤਣਾਅ ਨੇ ਅੰਜੂ ਦੀਆਂ ਆਂਦਰਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਬਿਮਾਰੀ ਨੇ ਸੰਗ੍ਰਹਿਣੀ ਦਾ ਰੂਪ ਧਾਰ ਲਿਆ। ਸਿਰਫ ਦਵਾਈਆਂ ਹੀ ਅੰਦਰਲੇ ਜ਼ਖਮਾਂ ਨੂੰ ਰਾਜੀ ਨਹੀਂ ਕਰ ਸਕਦੀਆਂ, ਇਸ ਦੇ ਲਈ ਮਨੋਵਿਗਿਆਨੀ ਦੀ ਮਦਦ ਲੈਣੀ ਪਵੇਗੀ। ਮਨੋਵਿਗਿਆਨੀ ਕੀ ਕਰੇਗਾ? ਅੰਜੂ ਦੇ ਪਤੀ ਇੰਦਰਜੀਤ ਨੇ ਖਾਮੋਸ਼ ਰਹਿੰਦਿਆਂ ਸਿਰ ਫੇਰਿਆ। ਉਹ ਤਾਂ ਜਾਣਦਾ ਹੈ ਨੂੰਹ ਸੱਸ ਦੀ ਖਿੱਚੋਤਾਣ ਨੇ ਹੀ ਅੰਜੂ ਨੂੰ ਬਿਮਾਰ ਕਰ ਬਿਸਤਰੇ ਉੱਤੇ ਪਾਇਆ। ਪੀੜ ਨਾਲ ਇੰਦਰਜੀਤ ਦਾ ਮੱਥਾ ਕੱਸਿਆ ਗਿਆ। ਮੈਂ ਤਾਂ ਆਪ ਮਾਂ ਤ੍ਰੀਮਤ ਦੇ ਮਨੋਵੇਗ ਪੁੜਾ ਵਿਚਾਲੇ ਪਿਸਦਾ ਜਾ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ। ਦੋਏ ਔਰਤਾਂ ਸਮਝਦਾਰ ਨੇ, ਦੋ ਬੁਰੇ ਚੰਗੀਆਂ ਭਲੀਆਂ ਰਹੀਆਂ। ਹੁਣ ਇੱਟ ਘੜੇ ਵਾਲਾ ਬੈਰ। ਥੱਕਿਆ ਹੋਇਆ ਉਹ ਕੁਰਸੀ ਵਿੱਚ ਢੇਰੀ ਹੋ ਗਿਆ ਅਤੇ ਬੀਤੀ ਦੀ ਰੀਲ ਉਸ ਦੀਆਂ ਅੱਖਾਂ ਅੱਗੇ ਘੁੰਮਦੀ ਰਹੀ। 6 ਮਹੀਨੇ ਪਹਿਲਾਂ ਇੰਦਰਜੀਤ ਦਾ ਪਿਤਾ ਨੌਕਰੀ ਤੋਂ ਪੈਨਸ਼ਨ ਪਾ ਕੇ ਆਪਣੀ ਪਤਨੀ ਨਾਲ ਆਪਣੇ ਇੱਕੋ ਇੱਕ ਪੁੱਤਰ ਪਾਸ ਆਣ ਟਿਕੇ ਸਨ। ਉਦੋਂ ਅੰਜੂ ਦਾ ਪੈਰ ਭਾਰੀ ਸੀ। 2 ਮਹੀਨਿਆਂ ਪਿੱਛੋਂ ਉਸ ਦੇ ਅੰਦਰੋਂ ਕਚਰਾ ਡਿੱਗਿਆ ਅਤੇ ਕਈ ਦਿਨ ਰੱਤ ਵਗਦੀ ਰਹੀ। ਪੀਲੀ ਫੂਕ ਜਿਹੀ ਤੇ ਮੱਸ ਦੀ ਬਣਾਈ ਦਾਲ ਭਾਜੀ ਉਸ ਨੂੰ ਪਸੰਦ ਨਾ ਆਉਂਦੀ। ਖਾਧਾ ਪੀਤਾ ਹਜਮ ਨਾ ਹੁੰਦਾ ਅਤੇ ਸਿਹਤ ਵੱਲੋਂ ਉਹ ਗਰਕਦੀ ਗਈ। ਆਪਣੇ ਪਤੀ ਨੂੰ ਅੰਜੂ ਅਕਸਰ ਆਖ ਦਿੰਦੀ, ਅਸੀਂ 2 ਟੱਬਰ ਇੱਕ ਛੱਤ ਹੇਠ ਨਹੀਂ ਜੀ ਸਕਦੇ। ਇੰਦਰਜੀਤ ਉਸ ਵੱਲ ਵੇਖਦਾ, ਕਸੀਸ ਵੱਟ ਚੁੱਪ ਕਰ ਰਹਿੰਦਾ। ਇੱਕ ਦਿਨ ਉਹ ਗੁੱਸੇ 'ਤੇ ਕਾਬੂ ਨਹੀਂ ਪਾ ਸਕਿਆ ਅਤੇ ਉਸ ਨੇ ਅੰਜੂ ਨੂੰ ਥੱਪੜ ਕੱਢ ਮਾਰਿਆ। ਇਸ ਉਮਰ ਉਹ ਹੁਣ ਕਿੱਥੇ ਜਾਣ? ਉਸ ਖਿੱਝ ਕੇ ਕਿਹਾ। ਖੱਡੇ ਵਿੱਚ ਪੈਣਾ। ਬੁੜਬੁੜ ਕਰਦੀ ਅੰਜੂ ਜਾਰੋ ਜਾਰ ਰੋਟੀ ਤੇ ਕੁਝ ਨਹੀਂ ਖਾਧਾ ਪੀਤਾ। ਹੱਥ ਨੇ ਉਸ ਨੂੰ ਉਲਟੀਆਂ ਲੱਗੀਆਂ ਤੇ ਫਿਰ ਟੱਟੀਆਂ। ਨਿੱਕਾ ਨਿੱਕਾ ਬੁਖਾਰ ਰਹਿਣ ਲੱਗਾ। ਮਹੀਨੇ ਤੋਂ ਮੰਜੇ ਤੋਂ ਨਾ ਉੱਠੀ। ਪਤੀ ਉਸ ਨੂੰ ਮਨਾਉਂਦਾ ਤੇ ਸਮਝਾਉਂਦਾ ਸੀ, ਪਰ ਅੰਜੂ ਆਪਣੀ ਦਲੀਲ ਤੇ ਅੜ ਜਾਂਦੀ। ਮਾਪਿਆਂ ਦੀ ਆਰਥਿਕ ਮਦਦ ਜਿਤਨੀ ਮਰਜ਼ੀ ਕਰੋ, ਉਹਨਾਂ ਨਾਲ ਮੈਂ ਆਪਣੀ ਅੱਧੀ ਰੋਟੀ ਵੀ ਵੰਡ ਕੇ ਵੀ ਖਾ ਸਕਦੀ ਹਾਂ, ਸੇਵਾ ਵੀ ਕਰਾਂਗੀ, ਪਰ ਲੋੜ ਪੈਣ ਤੇ ਹੁਣ ਇੰਦਰਜੀਤ ਦੀ ਅੱਗ ਬਰਾਂਦੀ ਨਜ਼ਰ ਉਸ ਪਾਸੋਂ ਪੁੱਛਦੀ, ਅਜੇ ਨਹੀਂ। ਅੰਜੂ ਵੱਲੋਂ ਉਬਲਦਾ ਉੱਤਰ ਆਉਂਦਾ, ਇਸ ਵੇਲੇ ਉਹਨਾਂ ਪਾਸ ਗੁਜ਼ਾਰੇ ਜੋਗੀ ਪੈਨਸ਼ਨ ਹੈ। ਉਹ ਵੱਖਰੇ ਰਹਿ ਸਕਦੇ ਹਨ, ਜਿਵੇਂ ਮਰਜ਼ੀ ਖਾਣ ਹੰਡਾਉਣ, ਇੱਕ ਪੈਸਾ ਨਾ ਬਚਾਉਣ। ਉਹਨਾਂ ਦੇ ਭਵਿੱਖ ਦੀ ਮੈਂ ਜਾਮਣ ਹਾਂ। ਅੰਜੂ ਆਪਣੀ ਹਿੱਕ ਉੱਤੇ ਹੱਥ ਰੱਖ ਕੇ ਆਖਦੀ। ਆਪਣੇ ਪੁੱਤਰ ਪਾਸੋਂ ਇਹ ਵਾਰਤਾ ਸੁਣ ਸੱਸ ਰਣਜੀਤ ਤੜਪ ਪਈ। ਰੋਂਦਿਆਂ ਹੋਇਆਂ ਪੁੱਛਣ ਲੱਗੀ, ਉਹ ਜਾਮਣ ਕਿਵੇਂ ਹੋਵੇਗੀ? ਇਹ 6 ਮਹੀਨੇ ਤਾਂ ਸਾਨੂੰ ਰੋਟੀ ਨਹੀਂ ਖਵਾ ਸਕੀ। ਫਲ ਸਬਜ਼ੀ ਅਸੀਂ ਆਪ ਖਰੀਦ ਲਿਆਂਦੇ ਹਾਂ, ਦੁੱਧ ਦਾ ਬਿੱਲ ਤਾਰਦੇ ਹਾਂ, ਆਪਣੇ ਕਮਰੇ ਵਿੱਚ ਦੜੇ ਰਹਿੰਦੇ ਹਾਂ। ਨੂੰਹ ਪੁੱਤ ਦੇ ਕੰਮਾਂ ਵਿੱਚ ਕਦੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਤੇਰਾ ਪੁੱਤਰ, ਅੰਜੂ ਸੁਣਦੀ ਅੰਦਰੋਂ ਹੀ ਚੀਕ ਪਈ। ਉਹ ਸ਼ਾਮਾਂ ਵੇਲੇ ਜ਼ਰੂਰ ਮੇਰੇ ਕੋਲ ਬਹਿ ਜਾਂਦੀ, ਨਿੱਕੀਆਂ ਨਿੱਕੀਆਂ ਗਲੋੜੀਆਂ ਸੁਣਾਉਂਦਾ, ਬਿਲਕੁਲ ਬੱਚੇ ਵਾਂਗ ਆਪਣੇ ਦਫ਼ਤਰ ਦੇ ਦੋਸਤਾਂ ਦੀਆਂ ਗੱਲਾਂ। ਇਹ ਪਿਆਰ ਭਰੀ ਮਾਂ ਪੁੱਤ ਦੀ ਸਾਂਝ ਸੀ ਜਿਹੜੀ ਅੰਜੂ ਦੇ ਮੱਥੇ ਤਿਉੜੀ ਪਾਉਂਦੀ ਸੀ। ਆਨੀ ਬਹਾਨੀ ਉਹ ਉਸ ਵੇਲੇ ਆਲੇ ਦੁਆਲੇ ਪੈਰ ਪਟਕਦੀ ਤੁਰੀ ਫਿਰਦੀ ਹੁੰਦੀ ਸੀ। ਮਾਂ ਨੇ ਦਾਅਵਾ ਕੀਤਾ, ਇੰਦਰਜੀਤ ਮੇਰਾ ਇੱਕੋ ਇੱਕ ਪੁੱਤਰ ਹੈ। ਇਸ ਦੀ ਖਾਤਰ ਮੈਂ ਬੜੀ ਘਾਲਣਾ ਘਾਲੀ ਹੈ। ਆਪਣੀ ਉੱਚੀ ਤੇ ਪੱਕੀ ਨੌਕਰੀ ਤਿਆਗ ਨਿੱਕੀ ਸਰਵਿਸ ਲਈ ਇਸ ਨੂੰ ਪਾਲਦੀ ਪੜ੍ਹਾਉਂਦੀ ਤੇ ਲਾਇਕ ਬਣਾਉਂਦੀ ਰਹੀ ਹਾਂ। ਇੰਦਰਜੀਤ ਦਾ ਪਿਤਾ ਫੌਜੀ ਅਫਸਰ ਸੀ। ਉਸ ਦੀ ਬਦਲੀ ਅਕਸਰ ਇਹੋ ਜਿਹੀਆਂ ਥਾਵਾਂ 'ਤੇ ਹੁੰਦੀ ਜਿੱਥੇ ਟੱਬਰ ਨੂੰ ਰਿਹਾਇਸ਼ ਨਹੀਂ ਸੀ ਮਿਲਦੀ। ਮੌਕਾ ਮਿਲਣ 'ਤੇ ਵੀ ਕਦੇ ਜੀਤ ਦੇ ਇਮਤਿਹਾਨ ਹੁੰਦੇ ਅਤੇ ਕਦੇ ਉਹ ਆਪ ਬਿਮਾਰ ਹੁੰਦਾ। ਇਸੇ ਲਈ ਪਤਨੀ ਦੰਪਤੀ ਸੁੱਖ ਤੋਂ ਵਾਂਝੀ ਹੋ ਜਾਂਦੀ। ਉਸ ਦਾ ਇਕੱਲਾ ਰਹਿੰਦਾ ਫੌਜੀ ਦਾਰੂ ਪੀਣ ਦਾ ਸ਼ੌਕੀਨ ਸੀ, ਭਾਵੇਂ ਫਿਰ ਉਹ ਨਸ਼ੇ ਦਾ ਆਦੀ ਹੋ ਗਿਆ। ਦਾਰੂ ਦੀ ਮਸਤੀ ਪਿੱਛੋਂ ਹੁਣ ਉਹ ਸਾਰੀ ਰਾਤ ਖੰਘਦਾ ਅਤੇ ਉਸ ਦੀ ਸੁਣੂ ਰਣਜੀਤ ਨੂੰ ਸਹਿਣੀ ਪੈਂਦੀ। ਉਦਾਸੀ ਦੂਰ ਕਰਨ ਲਈ ਪੁੱਤਰ ਅਕਸਰ ਆਪਣੇ ਮਾਂ ਪਿਓ ਨੂੰ ਮੋਟਰ ਵਿੱਚ ਘੁਮਾਉਣ ਲੈ ਜਾਂਦਾ। ਕੰਮ ਦਾ ਬਹਾਨਾ ਲਾ ਕੇ ਅੰਜੂ ਉਹਨਾਂ ਨਾਲ ਜਾਣ ਤੋਂ ਇਨਕਾਰ ਕਰਦੀ ਅਤੇ ਪਿੱਛੋਂ ਪਤੀ ਦੀ ਗੈਰ ਹਾਜ਼ਰੀ ਦਾ ਹਰ ਮਿੰਟ ਗਿਣਦੇ ਉਹ ਤਰਲੋ ਮੱਛੀ ਹੋਈ ਜਾਂਦੀ। ਮੈਂ ਇਸ ਦੇ ਮਰਦ ਦਾ ਕੀ ਲਾ ਲਿਆ? ਉਸ ਦੀਆਂ ਲਾਲ ਪੀਲੀਆਂ ਅੱਖਾਂ ਵੇਖ ਮਾਂ ਆਪਣੇ ਅੰਦਰ ਚਿਤਰਾਈ। ਆਖਰ ਮੇਰਾ ਵੀ ਪੁੱਤਰ ਹੈ,
तेरा मर्द सही भावें मां नूं पुੱਤਰ ਦੀ ਆਪਣਤ ਨਾਲ ਚੈਨ ਮਿਲਦਾ ਸੀ। ਹਾਰੀ ਹੋਈ ਅੰਜੂ ਦੀਆਂ ਨਜ਼ਰਾਂ ਵਿੱਚ ਇੱਕ ਦਿਨ ਸੱਸ ਨੇ ਈਰਖਾ ਦੀ ਅੱਗ ਲਲਟਣ ਬਲਦੀ ਵੇਖੀ ਤੇ ਉਹ ਕੰਬ ਗਈ। ਹਾਏ ਰੱਬਾ, ਇਹ ਕਿਵੇਂ ਝਾਕਦੀ ਹੈ ਜਿਵੇਂ ਮੈਂ ਕੋਈ ਪਰਾਈ ਔਰਤ ਹੋਵਾਂ। ਉਫ, ਕਿਹੋ ਜਿਹਾ ਜ਼ਮਾਨਾ ਆ ਗਿਆ। ਰਣਜੀਤ ਦੇ ਕੰਨਾਂ ਨੂੰ ਹੱਥ ਲਾਏ ਮੇਰੀ ਨੂੰਹ ਰਾਣੀ ਆਪਣੇ ਮਰਦ ਨੂੰ ਉਸਦੀ ਮਾਂ ਨੇੜੇ ਵੀ ਵੇਖ ਨਹੀਂ ਸਿਖਾਉਂਦੀ। ਉਸਦੀ ਸਾਰੀ ਰਾਤ ਇਹੋ ਜਿਹੀਆਂ ਗਿਣਤੀਆਂ ਵਿੱਚ ਬੀਤ ਗਈ। ਤੜਕਸਾਰ ਉਸ ਨੂੰ ਇੱਕ ਫੁਰਨਾ ਜਿਹਾ ਫੁਰਿਆ। ਤੂੰ ਆਪਣੀ ਨੂੰਹ ਦੀ ਥਾਂ ਖਲੋ ਕੇ ਤਾਂ ਵੇਖ। ਕੀ ਵੇਖਾਂ? ਉਹ ਤੜਪ ਕੇ ਉੱਠੀ। ਸੋਚ ਨੇ ਉਸਦਾ ਸਿਰ ਪਲੋਸਿਆ। ਮੇਰੀ ਸੱਸ ਦੇ 5 ਪੁੱਤਰ ਸਨ ਤੇ 2 ਧੀਆਂ। ਉਸ ਘਰ ਦੀ ਸਾਰੀ ਕਬੀਲਦਾਰੀ ਮੈਂ ਕਿਉਂਟੀ ਸਹੁਰਾ ਤਾਂ ਅਪਾਜ ਹੋ ਕੇ ਮੰਜੀ ਤੇ ਬਹਿ ਗਿਆ ਸੀ ਤੇ ਸੱਸ ਨੇ ਸਾਰੀ ਖੁਦ ਮੁਖਤਿਆਰੀ ਮੈਨੂੰ ਸੌਂਪ ਦਿੱਤੀ। ਸਾਰੇ ਦਿਓਰ ਹੁਣ ਤਾਈਂ ਜੀ ਕਰਦੇ ਨੇ 5 ਕਰਾਂ 50। ਸੱਸ ਨੇ ਕਦੇ ਟੋਕਿਆ ਨਹੀਂ ਸੀ। ਲੰਮਾ ਸਾਹ ਖਿੱਚ ਅੱਗੇ ਅੱਗੇ ਤੁਰੀ। ਆਪਣੀ ਨੂੰਹ ਦੇ ਚਾਅ ਪੂਰਨ ਵਿੱਚ ਮੈਂ ਕੋਈ ਕਸਰ ਨਹੀਂ ਛੱਡੀ। ਡੋਲਿਓਂ ਉਤਰਦੇ ਹੀ ਆਪਣਾ ਸਾਰਾ ਗਹਿਣਾ ਗੱਟਾ ਮੈਂ ਉਸਦੇ ਗਲ ਪਾ ਦਿੱਤਾ। ਇੱਕ ਮੁੰਦਰੀ ਤੱਕ ਆਪਣੇ ਕੋਲ ਨਹੀਂ ਰੱਖੀ। ਸੋਨੇ ਨਾਲ ਮੈਨੂੰ ਮੋਹ ਨਹੀਂ ਸੀ। ਸਬਰ, ਸੰਤੋਖ, ਗਿਆਨ ਤੇ ਹੱਥ ਦਾ ਹੁਨਰ ਮੇਰੇ ਲਈ ਸਭ ਤੋਂ ਕੀਮਤੀ ਗਹਿਣੇ ਹਨ। ਇਹਨਾਂ ਕਾਰਨ ਹੀ ਮੈਨੂੰ ਹਰ ਥਾਂ ਆਦਰ ਮਾਣ ਮਿਲਿਆ। ਰੇਨੂ ਨੇ ਤਸੱਲੀ ਦਾ ਘੁੱਟ ਭਰਿਆ। ਆਹੋ, ਫਿਰ ਹੋ ਜਾਏ ਆਪਣੇ ਗੁਣ ਗਹਿਣਿਆਂ ਦਾ ਉਪਯੋਗ। ਉਸਦੀ ਆਤਮਾ ਨੇ ਉਸ ਨੂੰ ਬੰਗਾਰ ਪਾਈ ਤੇ ਰਣਜੀਤ ਪਥਰਾਈ ਨਜ਼ਰਾਂ ਨਾਲ ਚੁਫੇਰੇ ਵੇਖਣ ਲੱਗੀ। ਕਿਵੇਂ ਦਿਲ ਤੇ ਹੱਥ ਰੱਖ ਉਸ ਪੁੱਛ ਲਿਆ, ਤੇਰੀ ਨੂੰਹ ਆਦਿ ਕੁੜੀ ਹੈ, ਉਹ ਸਮੁੱਚਾ ਮਰਦ ਮੰਗਦੀ ਹੈ ਤੇਰੇ ਪਾਸੋਂ। ਆਪਣੇ ਪੁੱਤਰ ਉੱਤੇ ਆਪਣਤ ਦਾ ਹੱਕ ਤੈਨੂੰ ਛੱਡਣਾ ਪਵੇਗਾ। ਸੱਸ ਦੀ ਸੋਚ ਫੁਸਫੁਸਾਈ। ਹਾਏ, ਰੇਨੂ ਦੀ ਜਿਵੇਂ ਧਾਰ ਨਿਕਲੀ ਹੋਵੇ। ਅੰਜੂ ਦੀ ਚੰਗੀ ਕਿਸਮਤ ਉਸਦੇ ਮਰਦ ਦੀ ਕੋਈ ਭੈਣ ਨਹੀਂ। ਇੱਕ ਮੈਂ ਹਾਂ। ਮਾਂ ਪਾਲ ਪੋਸ ਕੇ ਮੈਂ ਉਸ ਨੂੰ ਵੱਡਾ ਕੀਤਾ ਤੇ ਉਸਦਾ ਦੁੱਖ ਸੁੱਖ ਆਪਣੇ ਪਿੰਡੇ ਉੱਤੇ ਹੰਢਾਇਆ। ਮਮਤਾ ਭਰੀ ਮਾਂ ਨੂੰ ਆਪਣੇ ਪੁੱਤਰ ਦੀ ਚੜ੍ਹਦੀ ਜਵਾਨੀ ਚੇਤੇ ਆਈ। ਆਪਣੀ ਜਮਾਤਨ ਸ਼ਸ਼ੀ ਦੇ ਪਿਆਰ ਨਾਲ ਮੁੰਡਾ ਘਾਇਲ ਹੋ ਗਿਆ ਸੀ। ਕੁੜੀ ਬੜਾ ਸੋਹਣਾ ਗਾਉਂਦੀ ਸੀ ਤੇ ਉਸਦੇ ਗਲੇ ਵਿੱਚੋਂ ਨਿਕਲਦੀ ਸੁਰ ਉੱਤੇ ਸੂਖਮ ਭਾਵੀ ਜੀਤ ਢੇਰੀ ਹੋ ਜਾਂਦਾ। ਕੁੜੀ ਪਹਿਲਾਂ ਹੀ ਕਿਸੇ ਹੋਰ ਸਾਥੀ ਨਾਲ ਜੁੜ ਚੁੱਕੀ ਸੀ। ਮਾਂ ਨੇ ਉਸ ਵੇਲੇ ਆਪਣੇ ਪੁੱਤਰ ਦੇ ਜ਼ਖਮੀ ਦਿਲ ਉੱਤੇ ਮੱਲਮ ਪੱਟੀ ਕੀਤੀ। ਪਿਆਰੇ ਦਿਲਾਸੇ ਨਾਲ ਉਸਦੀ ਪੀੜ ਨੂੰ ਪਲੋਸਿਆ ਸੀ। ਮਾਂ ਪੁੱਤ ਦੀ ਸਾਂਝ ਉਦੋਂ ਹੀ ਦੋਸਤੀ ਵਾਂਗ ਪੱਕੀ ਹੋਈ ਸੀ। ਮਾਂ ਨੇ ਵੀ ਇਸ ਵਿੱਚੋਂ ਵਿਸ਼ਾਲਤਾ ਤੇ ਉਦਾਰਤਾ ਦੀ ਦਾਤ ਪਾਈ। ਉਸਦੇ ਚਾਂਦੀ ਰੰਗੇ ਬਾਲਾਂ ਉੱਤੇ ਚਾਂਦਨੀ ਖਿੰਡ ਗਈ। ਜਦ ਇੰਦਰਜੀਤ ਨੇ ਆਖਿਆ ਸੀ, ਮੰਮੀ, ਜਿਹੜੀ ਕੁੜੀ ਤੂੰ ਪਸੰਦ ਕਰੇਂਗੀ ਮੈਂ ਉਸ ਨਾਲ ਵਿਆਹ ਕਰਵਾਉਂਗਾ। ਅੰਜੂ ਰਣਜੀਤ ਮਾਂ ਦੀ ਆਪਣੀ ਚੋਣ ਸੀ। ਸੂਝਵਾਨ, ਸੁਘੜ ਤੇ ਸੁਨੱਖੀ MA ਪਾਸ ਮੁਟਿਆਰ ਨੇ ਆਂਦਿਆਂ ਹੀ ਆਪਣੀ ਨੌਕਰੀ ਨਿਭਾਉਂਦਿਆਂ ਵੀ ਘਰ ਦੇ ਸਾਰੇ ਬੋਝ ਚੁੱਕ ਲਏ ਸਨ। ਨਵੀਂ ਵਿਆਹੀ ਜੋੜੀ ਉਸ ਵੇਲੇ ਸੱਸ ਸਹੁਰੇ ਤੋਂ ਵੱਖ ਰਹਿੰਦੀ ਸੀ। ਜਦ ਕਦੇ ਵੀ ਅੰਜੂ ਆਪਣੀ ਸੱਸ ਦੇ ਘਰ ਜਾਂਦੀ ਉਸ ਨੂੰ ਵੀ ਲਿਸ਼ਕਾ ਪੁਸ਼ਕਾ ਦਿੰਦੀ ਤੇ ਰਣਜੀਤ ਉਸ ਦੀਆਂ ਸਿਫਤਾਂ ਕਰਦੀ ਨਾ ਥੱਕਦੀ। ਇਸ ਦੋਸਤੀ ਨੂੰ ਤਰੇੜ ਉਦੋਂ ਆਈ ਜਦ ਮਾਂ-ਬਾਪ ਅੰਜੂ ਤੇ ਜੀਤ ਦੀ ਛੱਤ ਹੇਠ ਸਦਾ ਲਈ ਆਣ ਬਸੇ ਸਨ। ਗਿਲੇ ਗੁਜ਼ਾਰਿਆਂ ਨਾਲ ਪਿਆਰ ਸਾਂਝ ਤਹਿਸ ਨਹਿਸ ਹੁੰਦੀ ਰਹੀ। ਡੂੰਘੀ ਆਪਣਤ ਨਾਲ ਮਾਂ-ਬਾਪ ਪਾਸ ਬਹਿ ਕੇ ਆਪਣੇ ਪਤੀ ਦਾ ਹੇਲ ਮੇਲ ਹੋਣਾ ਅੰਜੂ ਨੂੰ ਉਦਾਸ ਕਰ ਜਾਂਦਾ। ਉਹ ਆਨੀ ਬਹਾਨੀ ਉਸ ਨਾਲ ਝਗੜਦੀ। ਇੰਦਰਜੀਤ ਉਸ ਅੱਗੇ ਅੜਦਾ ਤੇ ਬਹੁਤਾ ਸਮਾਂ ਉਸ ਤੋਂ ਦੂਰ ਰਹਿੰਦਾ। ਬੋਲ ਕਬੋਲ ਕਰਦਿਆਂ ਪਤੀ ਪਤਨੀ ਦੀ ਦੋਸਤੀ ਵੀ ਤਿੜਕੀ ਤੇ ਇਹ ਬਿਰਲ ਵੱਧਦੀ ਚਲੀ ਗਈ। ਇੱਕ ਸੰਝ ਅੰਜੂ ਤੜਫੀ, ਮੈਂ ਇਕੱਲੀ ਤੇ ਉਹ ਤਿੰਨੇ ਦੀਵਾਰ ਬਣ ਕੇ ਮੇਰੇ ਰਾਹ ਵਿੱਚ ਖੜੇ ਹੋ ਗਏ ਨੇ, ਮੈਂ ਹਾਰਾਂਗੀ ਨਹੀਂ। ਉਹ ਤਣਕੇ ਖਲੋ ਗਈ। ਧਰਮ ਦੀਆਂ ਲਹੂ ਨਾਲੀਆਂ ਨੇ ਆਪਣੇ ਮੂੰਹ ਭੀਚ ਲਏ। ਔਰਤ ਦਾ ਸਮੁੱਚਾ ਤਨ ਮਨ ਲੜਨ ਲਈ ਤਿਆਰ ਸੀ। ਲਹੂ ਥੁੜ ਨਾਲ ਉਸ ਅੰਦਰ ਪਲ ਦੀ ਜਿੰਦ ਤੜਫ ਉੱਠੀ ਤੇ ਬਲੱਸ ਖਾਂਦੀ ਰਹੀ। ਪੀੜਾਂ ਜਾਗੀਆਂ ਤੇ ਮੋਹੀ ਜਿੰਦ ਨੂੰ ਧਰਨ ਨੇ ਪੱਥਰ ਸਮਝ ਬਾਹਰ ਸੁੱਟ ਦਿੱਤਾ। ਹਾਰੀ ਹੋਈ ਅੰਜੂ ਨੇ ਉਸ ਦਿਨ ਮੰਜੀ ਮੱਲ ਲਈ ਤੇ ਉਸ ਦਾ ਘਰ ਮੁੱਦਾ ਹੋ ਗਿਆ। ਮੈਂ ਜੀਤ ਦੀ ਮਾਂ ਹਾਂ। ਉਸ ਦੇ ਘਰ-ਬਾਰ ਉੱਤੇ ਮੇਰਾ ਵੀ ਹੱਕ ਹੈ। ਪਹਿਲੇ ਕੁਝ ਦਿਨ ਮਾਂ ਦੀ ਆਕੜੀ ਧੌਣ ਇਸ ਪਹੀਏ ਉੱਤੇ ਤੁਰੀ ਫਿਰਦੀ ਰਹੀ, ਪਰ ਅਖੀਰ ਪੁੱਤਰ ਦਾ ਲਿੱਸਾ ਤੇ ਉਦਾਸ ਚਿਹਰਾ ਉਹ ਸਹਾਰ ਨਾ ਸਕੀ। ਤੇਰਾ ਲਾਡਲਾ ਤੇਰੀ ਜਿੱਦ ਦੇ ਪੱਥਰ ਨਾਲ ਟਕਰਾ ਚੂਰ ਹੋ ਜਾਏਗਾ। ਮਾਂ ਦੇ ਦਿਲ ਨੇ ਉਸ ਨੂੰ ਲਾਹਨਤ ਪਾਈ ਤੇ ਉਸੀ ਰਾਤ ਰਣਜੀਤ ਨੇ ਫੈਸਲਾ ਕੀਤਾ, ਪੁੱਤਰ ਦਾ ਘਰ ਅਸੀਂ ਛੱਡ ਜਾਵਾਂਗੇ। 2 ਘਰਾਂ ਦਾ ਗੁਜ਼ਾਰਾ ਕਿਵੇਂ ਤੁਰੇਗਾ? ਇਹ ਮੁਸ਼ਕਲ ਉਸ ਅੱਗੇ ਅੜ ਖਲੋਤੀ। ਮੈਂ ਟਿਊਸ਼ਨ ਕਰਾਂਗੀ ਤੇ ਸਰਦਾਰ ਜੀ ਨੂੰ ਕੋਈ ਹਲਕੀ ਨੌਕਰੀ ਮਿਲ ਜਾਏਗੀ। ਅਡਾਉਣੀ ਦਾ ਹੱਲ ਉਸ ਅੱਗੇ ਆਪ ਮੁਹਾਰੇ ਉੱਗੜ ਆਇਆ। ਰੇਨੂ ਨੇ ਆਪਣੇ ਸਰਦਾਰ ਨੂੰ ਮਨਾ ਲਿਆ। ਪੁੱਤਰ ਨੇ ਨਾ ਨੁੱਕਰ ਨਹੀਂ ਕੀਤੀ। ਨਿੱਕੇ ਕਸਬੇ ਅੰਦਰ ਉਹ ਛੋਟਾ ਮਕਾਨ ਖਰੀਦ ਉਸ ਵਿੱਚ ਰਹਿਣ ਲੱਗੇ। ਸਭ ਦਾ ਸਾਹ ਸੁਖਾਲਾ ਹੋਇਆ। ਘਰ ਦੀ ਰੌਣਕ ਪਰਤ ਆਈ। ਰਸੋਈ ਲਾਗਲੀ ਬਗੀਚੀ ਵਿੱਚੋਂ ਸਰਦਾਰ ਜੀ ਦੀ ਮਿਹਨਤ ਨਾਲ ਉਗਾਈ ਸਬਜ਼ੀ ਰੇਨੂ ਮਾਣ ਨਾਲ ਡੂੰਘਦੀ ਸੋਚ ਰਹੀ ਸੀ। 2 ਘਰ ਮੈਂ ਉਜਾੜੇ ਤੋਂ ਬਚਾ ਲਏ। ਦਰਵਾਜ਼ਾ ਖੁੱਲ੍ਹਾ ਤੇ ਉਸਦੇ ਨੂੰਹ ਪੁੱਤਰ ਉਸ ਘਰ ਆਣ ਬੜੇ। ਬੀਜੀ ਆਖਦੀ ਅੰਜੂ ਸੱਸ ਦੇ ਪੈਰਾਂ ਵੱਲ ਝੁਕੀ। ਰਣਜੀਤ ਨੂੰ ਲੱਗਾ ਇਹ ਉਸਦੀ ਸੋਚ ਦਾ ਹੁੰਗਾਰਾ ਹੈ।
ਜਿਉਂਦੇ ਬਸਦੇ ਰਹੋ ਦੀ ਅਸੀਸ ਦਿੰਦਿਆਂ ਮਾਂ ਨੇ ਨੂੰਹ ਨੂੰ ਆਪਣੇ ਹੱਥਾਂ ਉੱਤੇ ਬੋਚ ਲਿਆ। ਅੰਮੀ, ਅਸੀਂ ਤੁਹਾਨੂੰ ਲੈਣ ਆਏ ਹਾਂ। ਅੰਜੂ ਸੱਸ ਨਾਲ ਚਿੰਬੜ ਗਈ। ਤੁਹਾਡੇ ਬਗੈਰ ਸਾਡਾ ਘਰ ਸੁੰਨਾ, ਮੈਨੂੰ ਮਾफ़ ਕਰ ਦਿਓ, ਬਿਮਾਰੀ ਨੇ ਮੈਨੂੰ ਚਿੜਚਿੜਾ ਕਰ ਦਿੱਤਾ ਸੀ। ਹੁਣ ਆਪਾਂ ਸਾਰੇ ਬੜੇ ਨਰੋਏ ਹਾਂ। ਵੇਖ, ਰੇਨੂ ਨੇ ਆਪਣੀਆਂ ਬਾਹਾਂ ਖੋਲ੍ਹੀਆਂ। ਤੂੰ ਵੀ ਹੁਣ ਬੜੀ ਸੋਹਣੀ ਲੱਗਦੀ ਐ। ਅੰਜੂ ਦਾ ਉਸ ਮੱਥਾ ਚੁੰਮਿਆ। ਮੈਨੂੰ ਕੋਈ ਪੁੱਛਦਾ ਹੀ ਨਹੀਂ। ਨਿੰਮਾ ਨਿੰਮਾ ਹੱਸਦਾ ਇੰਦਰਜੀਤ ਅੱਗੇ ਹੋਇਆ। ਪਹਿਲਾਂ ਮੇਰੀ ਇੱਕ ਧੀ ਤੇ ਫਿਰ ਤੂੰ। ਤੁਹਾਡੀ ਮਾਂ ਡਿਪਲੋਮੈਟ ਹੋ ਗਈ ਹੈ। ਅਖਬਾਰ ਪਾਸੇ ਰੱਖਦਾ ਵੱਡਾ ਸਰਦਾਰ ਵੀ ਇਸ ਚੌਕੜੀ ਵਿੱਚ ਸ਼ਾਮਲ ਹੋ ਗਿਆ। ਨੂੰਹ ਪੁੱਤ ਥੋੜ੍ਹਾ ਸ਼ਰਮਿੰਦਾ ਸਨ। ਉਹਨਾਂ ਅਗਾਂਹ ਵੱਧ ਕੇ ਮਾਂ-ਬਾਪ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਤੇਰੇ ਬਲਹਾਰੇ ਜਾਵੇ ਅੰਬੜੀਏ। ਅੰਜੂ ਦਾ ਦਿਲ ਨੱਚ ਰਿਹਾ ਸੀ। ਕਹਾਣੀ ਖਤਮ। ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਇੱਦਾਂ ਦੀਆਂ ਕਹਾਣੀਆਂ ਹੋਰ ਅਪਲੋਡ ਕੀਤੀਆਂ ਜਾਣ ਇਹ ਵੀ ਜ਼ਰੂਰ ਦੱਸਣਾ। ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ। ਇਹ ਵੀਡੀਓ ਦੇਖਣ ਦੇ ਲਈ ਸ਼ੁਕਰੀਆ।